ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਜੌਲ ਸਾਹਿਬ a very good morning ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਅਰਸ਼, ਬਹੁਤ ਬਹੁਤ ਧੰਨਵਾਦ ਸਾਰੇ ਸਰੋਤਿਆਂ ਦਰਸ਼ਕਾਂ ਨੂੰ ਵੀ ਜੀ ਆਇਆਂ ਨੂੰ ਜੀ। ਜੌਲ ਸਾਹਿਬ ਲਾਸਟ ਵੀਕ ਅਸੀਂ ਗੱਲਬਾਤ ਸ਼ੁਰੂ ਕੀਤੀ ਸੀ ਜੋ ਸਰੈਂਡਰ ਸਰਟੀਫਿਕੇਟ ਲਈ ਜੋ OCI ਐਪਲੀਕੈਂਟਸ ਪਾਸਪੋਰਟਸ ਜਿਨ੍ਹਾਂ ਨੂੰ ਅਪਲਾਈ ਕਰਨ ਵਾਸਤੇ ਸਰੈਂਡਰ ਸਰਟੀਫਿਕੇਟ ਕਾਫੀ ਵੱਡੀ ਤਾਦਾਦ ਦੇ ਵਿੱਚ ਮੰਗੇ ਗਏ ਸੀ, ਪਰੰਤੂ ਹੁਣ BLS ਆਫਿਸ ਇਨ ਬਰੈਂਪਟਨ ਇਜ਼ ਨਾਓ ਐਕਸਪੈਕਟਡ ਨਾਟ ਟੂ ਆਸਕ, ਹੁਣ ਤੁਹਾਨੂੰ ਨਹੀਂ ਪੁੱਛਣਗੇ ਸਰੈਂਡਰ ਸਰਟੀਫਿਕੇਟ ਦੇ ਵਾਸਤੇ ਜਦੋਂ ਤੁਸੀਂ OCI ਵਾਸਤੇ ਅਪਲਾਈ ਕਰੋਗੇ। ਯੈਸ, ਇਹ ਨਾ ਮਤਲਬ ਉਹ ਸਪੈਸ਼ਲ ਕੈਟਾਗਰੀ ਦੇ ਐਪਲੀਕੈਂਟਸ ਹੋਣਗੇ ਜਿਨ੍ਹਾਂ ਨੂੰ ਕਿ ਉਹਦੀ ਲੋੜ ਨਹੀਂ ਆ। ਇਨ ਜਨਰਲ ਤੇ ਜਿੱਦਾਂ ਆਪਾਂ ਡੀਟੇਲ ਦੇ ਵਿੱਚ ਭੈਣ ਭਰਾਵਾਂ ਨੂੰ ਪਹਿਲਾਂ ਵੀ ਐਕਸਪਲੇਨ ਕੀਤਾ ਹੋਇਆ ਹੈ। ਔਰ ਦੂਸਰੇ ਪਾਸੇ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਆਪਾਂ ਦੇਖ ਰਹੇ ਹਾਂ ਅਰਸ਼ ਵੀ ਮੀਡੀਆ ਦੇ ਵਿੱਚ ਆਪਾਂ ਵੀ ਮੁਸ਼ਕਲ ਉਭਾਰ ਕੇ ਚੁੱਪ ਨਹੀਂ ਕਰ ਜਾਣਾ, ਮੁਸ਼ਕਲ ਦੇ ਹੱਲ ਕਰਨ ਲਈ ਸਰਗਰਮ ਵੀ ਹੋਣਾ, ਹੈ ਨਾ ਜੀ। ਸੋ ਇਹ ਥੋੜ੍ਹੇ ਦਿਨਾਂ ਦੇ ਵਿੱਚ ਆਪਾਂ ਨੂੰ ਰਿਜ਼ਲਟ ਜਿਹੜਾ ਫਿਰ ਪ੍ਰਾਪਤ ਹੋ ਰਿਹਾ ਤੇ ਆਪਾਂ ਦੇਖ ਰਹੇ ਹਾਂ ਕਿ ਥੋੜ੍ਹਾ ਜਿਹਾ ਸ਼ਾਇਦ ਵੀ ਇਸ ਦੇ ਬਾਰੇ 'ਚ ਐਕਸਪਲੇਨੇਸ਼ਨ ਦੀ ਲੋੜ ਸੀਗੀ, ਕੋਈ ਇਨਫੋਰਮੇਸ਼ਨ ਅਪਡੇਟਸ ਦੀ ਲੋੜ ਸੀ ਜੀ। ਤੇ ਹੁਣ ਫਿਰ ਜਾਣੀ ਕਿ ਵੀ 31 ਮਈ 2010 ਤੋਂ ਪਹਿਲਾਂ ਦੇ ਜਿਹੜੇ ਇੰਡੀਅਨ ਪਾਸਪੋਰਟ ਲੋਕਾਂ ਨੇ ਕੈਂਸਲ ਕਰਵਾਏ ਹੋ ਆ ਕੌਂਸਲੇਟ ਤੋਂ, ਉਹਦੇ ਤੇ ਜਾਣੀ ਜਸਟ ਸਟੈਂਪ ਲੱਗੀ ਹੋਈ ਆ ਤੇ ਉਹ ਇਨਫ ਸਮਝਿਆ ਜਾਊਗਾ ਐਵੀਡੈਂਸ OCI ਦੀ ਜਿਹੜੀ ਆ ਰਿਕੁਆਇਰਮੈਂਟ ਕੰਡੀਸ਼ਨ ਪੂਰੀ ਕਰਨ ਦੇ ਲਈ। ਉਹਦੇ ਵਾਸਤੇ ਜਾਣੀ ਕਿ ਕਿਉਂਕਿ ਸਰੈਂਡਰ ਸਰਟੀਫਿਕੇਟ ਉਹਨਾਂ ਸਮਿਆਂ ਦੇ ਵਿੱਚ ਸੀਗਾ ਹੀ ਨਹੀਂ ਤੇ ਫਿਰ ਇਸ ਕਰਕੇ ਉਹ ਰਿਕੁਐਸਟ ਜਾਂ ਕਹ ਲਓ ਕਿ ਡਿਮਾਂਡ ਕਰਨਾ ਵੀ ਰੀਜ਼ਨੇਬਲ ਨਹੀਂ ਹੈਗਾ। ਸੋ ਜਿਸ ਕਰਕੇ ਵੀ ਪਿਛਲੇ ਦਿਨਾਂ ਤੋਂ ਹੁਣ ਕਿਉਂਕਿ ਕਾਫੀ ਰਸ਼ ਹੈ, ਲੋਕ OCI ਦੀ ਫੈਸਿਲਿਟੀ ਅਵੇਲ ਕਰਨਾ ਚਾਹੁੰਦੇ ਆ ਵੀ ਉਹਨਾਂ ਨੂੰ ਸਮਝ ਆ ਗਈ ਆ ਵੀ ਇਹ ਗੱਲ ਕੀ ਆ, ਜਿਸ ਕਰਕੇ ਜੀ ਹੁਣ ਇਹ ਜਦੋਂ ਐਪਲੀਕੈਂਟਸ ਉੱਥੇ ਕਈ ਵਾਰੀ ਜਾਂਦੇ ਸੀ ਤੇ ਫਿਰ ਹੋ ਸਕਦਾ ਸਟਾਫ ਨੂੰ ਇਨਫੋਰਮੇਸ਼ਨ ਦੀ ਡੀਟੇਲਸ ਦੀ ਘਾਟ ਹੋਵੇ। ਲੋਕਾਂ ਨੂੰ ਤਾਂ ਚਲੋ ਐਪਲੀਕੈਂਟਸ ਨੂੰ ਤੇ ਸਾਰੀਆਂ ਗੱਲਾਂ ਐਕਸਪੈਕਟ ਨਹੀਂ ਨਾ ਕਰਦੇ ਵੀ ਉਹਨਾਂ ਵਿਚਾਰਿਆਂ ਨੂੰ ਪਤਾ ਹੋਊਗਾ। ਸੋ ਲੇਕਿਨ ਕਿ ਵੀ ਉਹ ਭੰਬਲ ਭੂਸੇ ਦੇ ਵਿੱਚ ਕਈ ਐਪਲੀਕੈਂਟ ਜਦੋਂ ਪਏ ਤੇ ਫਿਰ ਉਹਨਾਂ ਨੇ ਕਾਂਟੈਕਟ ਕੀਤਾ ਸੀ, ਤੁਹਾਡੇ ਡੈਡ ਨੇ ਵੀ, ਉਧਰ ਕਟਾਰੀਆ ਟੂਰ ਐਂਡ ਟਰੈਵਲ ਤੋਂ ਵੀ ਇਹ ਇਸ਼ੂ ਆ ਰਿਹਾ ਸੀਗਾ ਤੇ ਫਿਰ ਆਪਾਂ ਨੂੰ ਅਪਰਚੁਨਿਟੀ ਮਿਲੀ ਸੀ ਕਿ ਵੀ ਹਾਈਐਸਟ ਲੈਵਲ ਤੇ ਇਹਨੂੰ ਉਭਾਰਿਆ ਜਾਵੇ ਕੌਂਸਲੇਟ ਜਨਰਲ ਦੇ ਵਿੱਚ ਤੇ ਫਿਰ ਲੱਗ ਰਿਹਾ ਜੀ ਕਿ ਹੁਣ ਇਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਮਸਲਾ ਹੱਲ ਹੋ ਗਿਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਦੇਖਿਆ ਜਾਊਗਾ ਵੀ BLS ਆਫਿਸ ਵਾਲੇ ਜਿਹੜੇ ਆ ਵੀ ਇਹ ਐਲੀਜੀਬਲ ਐਪਲੀਕੈਂਟਸ ਹੋਣਗੇ ਵੀ ਜਿਹੜੇ ਬਿਨਾਂ ਸਰੈਂਡਰ ਸਰਟੀਫਿਕੇਟ ਤੋਂ ਅਪਲਾਈ ਕਰ ਸਕਦੇ ਆ, ਉਹਨਾਂ ਤੋਂ ਇਹ ਮੰਗਣਗੇ ਵੀ ਨਹੀਂ ਤੇ ਉਹਨਾਂ ਦਾ ਕੈਂਸਲ ਪਾਸਪੋਰਟ ਦਾ ਐਵੀਡੈਂਸ ਜਿਹੜਾ ਉਹ ਐਕਸੈਪਟ ਕੀਤਾ ਜਾਊਗਾ। ਤੇ ਜਿਹੜੇ ਫਿਰ 1 ਜੂਨ 2010 ਤੋਂ ਬਾਅਦ ਦੇ ਕੈਨੇਡੀਅਨ ਸਿਟੀਜ਼ਨਸ਼ਿਪ ਲੈ ਕੇ ਮਤਲਬ ਕਿ ਇੰਡੀਅਨ ਪਾਸਪੋਰਟ ਉਹਨਾਂ ਨੇ ਕੈਂਸਲ ਕਰਾਇਆ ਜਾਂ ਨਹੀਂ ਵੀ ਕਰਵਾਇਆ ਵੀ ਉਹਨਾਂ ਨੂੰ ਫਿਰ ਸਰੈਂਡਰ ਕਰਨਾ ਤੇ ਉਹ ਜਿਹੜੀ ਫਾਰਮੈਲਿਟੀ ਦੇ ਵਿੱਚੋਂ ਗੁਜ਼ਰਨਾ ਪਏਗਾ ਵੀ ਸਰੈਂਡਰ ਸਰਟੀਫਿਕੇਟ ਦੀ ਉਹਨਾਂ ਨੂੰ ਲੋੜ ਹੈਗੀ ਆ 1 ਜੂਨ 2010 ਤੋਂ ਬਾਅਦ ਤੇ 31 ਮਈ ਤੱਕ 2010 ਦੇ ਵਿੱਚ ਜਾਂ ਉਸ ਤੋਂ ਪਹਿਲਾਂ ਇਸ ਦੀ ਜ਼ਰੂਰਤ ਨਹੀਂ। ਪਰ ਹਾਂ, ਡਿਊਲੀ ਕੈਂਸਲਡ ਜਿਹੜਾ ਪਾਸਪੋਰਟ ਆ ਉਹ ਕੌਂਸਲੇਟ ਜਨਰਲ ਨੇ ਕੀਤਾ ਹੋਣਾ ਚਾਹੀਦਾ ਤੇ ਜੇ ਉਹ ਨਹੀਂ ਕਰਵਾਇਆ ਤੇ ਫਿਰ ਸਰੈਂਡਰ ਸਰਟੀਫਿਕੇਟ ਦੀ ਉਹ ਰਸਮ ਦੇ ਵਿੱਚੋਂ ਦੀ ਲੰਘਣਾ ਪੈ ਸਕਦਾ। ਸੋ ਜਿਨ੍ਹਾਂ ਦਾ ਉਹ ਪਾਸਪੋਰਟ ਕੈਂਸਲ ਆ ਜਾਣੀ ਕਿ ਉਹਨਾਂ ਨੂੰ ਇਹ ਰਸਮ ਕਰਨ ਦੀ ਲੋੜ ਨਹੀਂ। ਸੋ ਦੈਟਸ ਵੈਰੀ ਗੁੱਡ ਨਿਊਜ਼। ਇਹ ਸਭ ਤੋਂ ਵੱਡੀ ਤੰਗ ਹੋ ਰਹੀ ਸੀ ਜੀ ਸਾਡੇ ਜਿਹੜੇ ਵੀ ਐਪਲੀਕੈਂਟ ਸੀ OCI ਦੇ ਵਾਸਤੇ। ਸੋ ਦੈਟਸ a very big news। ਜੌਲ ਸਾਹਿਬ, ਦੂਸਰੀ ਖਬਰ ਇਹ ਵੀ ਆ ਰਹੀ ਹੈ ਕਿ ਨਾਈਟ ਕਲੀਨਿਕਸ ਫॉर ਕੋਵਿਡ ਵੈਕਸੀਨ it's returning in Brampton Mississauga। ਇਹ ਉਹਨਾਂ ਵਾਸਤੇ ਜਿਹੜੇ ਲੇਟ ਨਾਈਟ ਕੰਮ ਕਰਦੇ ਨੇ ਜਾਂ ਉਹਨਾਂ ਕੋਲ ਦਿਨ ਵੇਲੇ ਟਾਈਮ ਨਹੀਂ ਹੁੰਦਾ ਆਪਣੇ ਰੁੱਝੀ ਕੰਮਾਂ ਤੋਂ ਨਿਕਲਣ ਦੇ ਵਾਸਤੇ, ਸੋ ਰਾਤ ਦੇ ਵਿੱਚ ਵੀ ਤੁਸੀਂ ਕੋਵਿਡ ਵੈਕਸੀਨਸ ਲਗਵਾ ਸਕਦੇ ਹੋ। ਬਿਲਕੁਲ ਅਰਸ਼, ਜਿਹੜੇ ਪੀਲ ਦੇ ਰੈਜ਼ੀਡੈਂਟਸ ਆ ਵੀ ਉਹ ਬੜੇ ਆਪਾਂ ਤੇ ਸਮਝਾਂਗੇ ਵੀ ਅਗਾਂਹ ਵਧੂ ਇਸ ਕਰਕੇ ਵੀ ਆਪ ਵੀ ਉਹ ਸਾਇੰਸ ਦੇ ਵਿੱਚ ਆਪਣੀ ਮੈਡੀਕਲ ਰਿਸਰਚ ਦੇ ਵਿੱਚ ਯਕੀਨ ਕਰਨ ਵਾਲੇ ਵਾਸਟ ਮੈਜੋਰਿਟੀ ਲੋਕ ਆ। ਇਸੇ ਕਰਕੇ ਜਾਣੀ ਕਿ ਵੀ ਇਹ ਮਾਈਲ ਸਟੋਨ ਆ ਜਿਹੜਾ ਪਿਛਲੇ ਦਿਨੀ ਆਪਾਂ ਸ਼ੇਅਰ ਵੀ ਕੀਤਾ ਸੀ ਭੈਣ ਭਰਾਵਾਂ ਦੇ ਨਾਲ ਵੀ ਪੀਲ ਦੇ ਵਿੱਚ ਅਚੀਵ ਕਰ ਲਿਆ ਗਿਆ ਵੀ 90% ਤੋਂ ਜ਼ਿਆਦਾ ਬਰੈਂਪਟਨ ਮਿਸਿਸਾਗਾ ਕੈਲੇਡਨ ਦੇ ਲੋਕ ਆਲਰੇਡੀ ਆਪਣੀਆਂ ਜਿਹੜੀਆਂ ਡੋਜ਼ਜ਼ ਆ ਦੋ ਐਟਲੀਸਟ ਲਵਾ ਚੁੱਕੇ ਆ ਜੀ। ਉਹਦੇ ਵਿੱਚ ਫਿਰ ਜਾਣੀ ਹੁਣ ਇਹ ਦੇਖਿਆ ਗਿਆ ਵੀ ਹਜੇ ਵੀ ਜਾਣੀ ਵੈਕਸੀਨੇਸ਼ਨ ਜਿਹੜਾ ਇਹ ਕਲੀਨਿਕਸ ਆ ਜਾਂ ਪ੍ਰੋਸੈਸ ਆ ਵੀ ਇਹਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਫੈਸਿਲੀਟੇਟ ਲੋਕਾਂ ਨੂੰ ਕੀਤਾ ਜਾਵੇ ਜਾਂ ਆਪਾਂ ਇਨਡਾਇਰੈਕਟਲੀ ਕਹਿ ਸਕਦੇ ਵੀ ਜੰਗੀ ਪੱਧਰ ਤੇ ਜਾਰੀ ਰਵੇ ਵੀ ਜਿਹੜੇ ਲੋਕ ਰਹਿੰਦੇ ਨੇ ਜਾਂ ਬੱਚੇ ਖਾਸ ਤੌਰ ਤੇ ਵੀ 5 ਤੋਂ ਲੈ ਕੇ 11 ਸਾਲ ਦੀ ਏਜ ਦੇ ਹਜੇ ਰਹਿ ਰਹੇ ਆ। ਹੁਣ ਤਾਂ ਉਹ ਤੋਂ ਵੀ ਛੋਟੇ ਬੱਚਿਆਂ ਲਈ ਚਲੋ ਅਜੇ ਫਾਈਜ਼ਰ ਦੀ ਜਿਹੜੀ ਆ ਉਹ ਅਮਰੀਕਾ ਦੇ ਵਿੱਚ ਹੀ ਗੱਲ ਚੱਲੀ ਆ ਵੀ ਵੈਕਸੀਨ ਆ ਰਹੀ ਆ ਜੀ, ਮਹੀਨਿਆਂ ਤੋਂ ਲੈ ਕੇ 5 ਸਾਲ ਦੇ ਬੱਚਿਆਂ ਤੱਕ ਦੇ ਲਈ ਵੀ ਬੜੀ ਮਾਈਨਰ ਜੀ ਉਹਨਾਂ ਨੂੰ ਡੋਜ਼ ਜਿਹੜੀ ਆ ਉਹ ਦਿੱਤੀ ਜਾਣ ਲਈ ਉਹ ਲੇਕਿਨ ਕਿ ਹੁਣ
ਇਹ ਜਿਹੜੇ ਆਲਰੇਡੀ ਐਲੀਜੀਬਲ ਚਿਲਡਰਨ ਹੈਗੇ ਆ ਤੇ ਜਾਂ ਫਿਰ ਜਿਹੜੇ ਵੀ ਐਲੀਜੀਬਲ ਐਡਲਟਸ ਹੈਗੇ ਆ 5 ਸਾਲ ਤੋਂ ਅਬਵ ਏਜ ਦੇ ਕਹਿ ਲਓ ਵੀ ਸਾਰੇ ਲੋਕ, ਉਹਨਾਂ ਦੇ ਵਾਸਤੇ ਇਹ ਬਰੈਂਪਟਨ ਦੇ ਵਿੱਚ ਇੱਕ ਹੋਰ ਆਪਰਚੁਨਿਟੀ ਆ ਰਹੀ ਆ ਵੀ ਇਸ ਵੀਕਐਂਡ ਦੇ ਦੌਰਾਨ ਯਾਨੀ ਕਿ ਸ਼ਨੀਚਰਵਾਰ ਨੂੰ ਤੇ ਮਿਸਿਸਾਗਾ ਦੇ ਵਿੱਚ ਉਹ ਤੋਂ ਅਗਲੇ ਸ਼ਨੀਚਰਵਾਰ ਨੂੰ ਯਾਨੀ ਕਿ ਬਰੈਂਪਟਨ ਦੇ ਵਿੱਚ ਇਸ 5 ਫਰਵਰੀ ਨੂੰ ਹੀ ਦੁਪਹਿਰੇ 1 ਵਜੇ ਤੋਂ ਲੈ ਕੇ ਅੱਧੀ ਰਾਤ ਤੱਕ ਟੀਕੇ ਜਿਹੜੇ ਅੱਜ ਵੀ ਉਹ ਲੱਗਦੇ ਰਹਿਣਗੇ। ਸੇਵ ਮੈਕਸ ਸੈਂਟਰ ਸਾਰਿਆਂ ਨੂੰ ਪਤਾ ਹੀ ਆ ਇਸ ਜਗ੍ਹਾ ਦਾ, ਜਿਹੜੀ ਕਿ ਸੰਦਲਵੁੱਡ ਤੇ ਡਿਕਸੀ ਦੀ ਕਾਰਨਰ ਤੇ ਹੈ, 1495 ਸੰਦਲਵੁੱਡ ਪਾਰਕਵੇ ਈਸਟ। ਸੋ ਇਹ ਸੇਵ ਮੈਕਸ ਸੈਂਟਰ ਦੇ ਵਿੱਚ ਆਉਣ ਵਾਲੇ ਸ਼ਨੀਚਰਵਾਰ ਨੂੰ ਜਿਹਨੇ ਕਿਸੇ ਨੇ ਫਸਟ ਡੋਜ਼ ਲਵਾਉਣੀ ਆ, ਸੈਕਿੰਡ ਲਵਾਉਣੀ ਆ, ਆਪਣੀ ਬੂਸਟਰ ਲਵਾਉਣੀ ਆ ਜਾਂ ਬੱਚਿਆਂ ਵਾਸਤੇ ਲਵਾਉਣੀ ਆ, ਉਹ ਜਿਹੜਾ ਜੀ ਉੱਥੇ ਜਾਇਆ ਜਾ ਸਕਦਾ। ਅਪੁਆਇੰਟਮੈਂਟ ਵੈਸੇ ਜਿਹੜੀ ਉਹ ਪ੍ਰੈਫਰ ਕੀਤੀ ਜਾ ਰਹੀ ਆ, ਪਰ ਲੱਗਦਾ ਆ ਵੀ ਜੇ ਅਪੁਆਇੰਟਮੈਂਟ ਜਾਣੀ ਕਿ ਵੀ ਨਹੀਂ ਵੀ ਕਿਸੇ ਕੋਲ ਹੋਏਗੀ ਤਾਂ ਉਹਨਾਂ ਨੂੰ ਮੋੜਿਆ ਨਹੀਂ ਜਾਊਗਾ। ਸੋ ਇਹ ਇੱਕ ਆਪਰਚੁਨਿਟੀ ਹੋਏਗੀ। ਇੱਦਾਂ ਹੀ ਮਿਸਿਸਾਗਾ ਦੇ ਵਿੱਚ ਫਿਰ ਉਹ ਤੋਂ ਅਗਲੇ ਸੈਟਰਡੇ 12 ਫਰਵਰੀ ਨੂੰ ਜਿਹੜਾ ਜੀ ਵੀ ਇਹ ਜਿਹੜਾ ਵੀ ਡੋਜ਼ਸ ਆਫਟਰ ਡਾਰਕ ਕਲੀਨਿਕਸ ਦਾ ਜਿਹੜਾ ਨਾਂ ਉਹਨਾਂ ਨੇ ਰੱਖਿਆ, ਸਾਰੀ ਰਾਤ ਹੀ ਡੋਜ਼ਸ ਅੱਧੀ ਰਾਤ ਤੱਕ ਲੱਗਦੀਆਂ ਰਹਿਣੀਆਂ ਕੋਵਿਡ ਤੋਂ ਬਚਾਅ ਦੀਆਂ। ਤੇ ਇਹ ਫਿਰ ਜਿਹੜਾ ਜੀ ਮਿਸਿਸਾਗਾ ਦੇ ਵਿੱਚ ਰੌਕਵੁੱਡ ਮਾਲ ਦੇ ਵਿੱਚ ਇਹ ਕਲੀਨਿਕ ਜਿਹੜਾ 12 ਫਰਵਰੀ ਨੂੰ ਹੋਏਗਾ। ਜੌਲ ਸਾਹਿਬ, ਅਗਲੀ ਖਬਰ ਵੱਲ ਅਸੀਂ ਵੱਧਦੇ ਹਾਂ, ਜੋ ਇਹ ਵੀ ਇੱਕ ਰਾਹਤ, ਇਹ ਵੀ ਇੱਕ ਵਧੀਆ ਨਿਊਜ਼ ਹੈ ਜੀ ਕਿ ਹੁਣ ਜਿਹੜੇ 에ਅਰਲਾਈਨਸ ਨੇ ਉਹ ਐਕਸੈਪਟ ਕਰਨ ਲੱਗ ਗਏ ਨੇ ਜੀ ਲੋਕਲ ਕੋਵਿਡ ਟੈਸਟ। ਕੱਲ੍ਹ ਦਿੱਲੀ ਏਅਰਪੋਰਟ ਦੇ ਵਿੱਚ ਜਿਹੜੇ ਲੋਕ ਕੈਨੇਡਾ ਨੂੰ ਟਰੈਵਲ ਕਰ ਰਹੇ ਸਨ। ਹਾਂ ਬਿਲਕੁਲ ਅਰਸ਼, ਇਸ ਤਰ੍ਹਾਂ ਵੀ ਦੇਖੋ ਇਹ 28 ਜਨਵਰੀ ਨੂੰ ਜਦੋਂ ਕੈਨੇਡੀਅਨ ਗਵਰਨਮੈਂਟ ਨੇ ਅਨਾਊਂਸ ਕੀਤਾ ਸੀਗਾ ਇਹ ਚੇਂਜ, ਤੇ ਲੱਗਦਾ ਨਹੀਂ ਵੀ ਕਿਸੇ ਮੇਨ ਸਟ੍ਰੀਮ ਮੀਡੀਆ ਦੇ ਵਿੱਚ ਇਹ ਖਬਰ ਆਈ ਸੀ ਵੀ ਸਾਨੂੰ ਅਪਰਚੁਨਿਟੀ ਮਿਲੀ ਭੈਣ ਭਰਾਵਾਂ ਦੇ ਨਾਲ ਉਹ ਆਪਾਂ ਜਾਣੀ ਤੇਜ਼ ਖਬਰ ਸਾਂਝੀ ਕੀਤੀ ਇੱਕਦਮ, ਹਨਾ ਜੀ ਬਿਲਕੁਲ। ਤੇ ਕਈ ਵਾਰ ਜਾਣੀ ਕਿ ਬਹੁਤ ਇਹ ਇਨਫੋਰਮੇਸ਼ਨ ਹੁਣ ਆਪਾਂ ਦੇਖਦੇ ਹਾਂ ਵੀ ਆਪਾਂ ਨੂੰ ਕਾਫੀ ਪਿਛਲੇ ਸਮੇਂ ਦੀ ਮਿਹਨਤ ਤੋਂ ਬਾਅਦ ਹੁਣ ਜੇ ਇੱਦਾਂ ਸੰਭਵ ਹੋਇਆ ਵੀ ਅਸੀਂ ਮੇਨ ਸਟ੍ਰੀਮ ਦੇ ਬਰਾਬਰ ਜਾਂ ਉਹਨਾਂ ਤੋਂ ਕਈ ਵਾਰੀ ਪਹਿਲਾਂ ਵੀ ਖਬਰਾਂ ਦੇ ਸਕਦੇ ਹਾਂ, ਤੇ ਇੰਨੀ ਤੇਜ਼ ਖਬਰ ਲਈ ਸਾਨੂੰ ਲੱਗਦਾ ਹੁੰਦਾ ਵੀ ਸ਼ਾਇਦ ਕਮਿਊਨਿਟੀ ਕਈ ਵਾਰੀ ਤਿਆਰ ਵੀ ਹੈ। ਤੇ ਤਦ ਕਰਕੇ ਇਹ ਹੈ ਜੀ ਵੀ ਜਾਣੀ 28 ਜਨਵਰੀ ਨੂੰ ਜਦੋਂ ਕੈਨੇਡੀਅਨ ਗਵਰਨਮੈਂਟ ਨੇ ਇਹ ਆਪਣੀ ਰਿਕੁਆਇਰਮੈਂਟ ਚੇਂਜ ਕਰ ਦਿੱਤੀ ਵੀ ਦਿੱਲੀ ਏਅਰਪੋਰਟ ਤੇ ਜਿਹੜਾ ਬਣਿਆ ਲੈਬ ਆ ਉੱਥੋਂ ਜ਼ਰੂਰੀ ਨਹੀਂ ਆ ਹੁਣ ਕੋਵਿਡ ਦਾ ਟੈਸਟ ਕਰਾਉਣਾ ਵੀ ਜਹਾਜ਼ ਦੇ ਵਿੱਚ ਬੈਠਣਾ ਹੋਵੇ ਕੈਨੇਡਾ ਵਾਸਤੇ ਜੇ, ਤੇ ਵੀ ਉੱਥੇ ਲੋਕਲ ਜਿਹੜੀ ਮਾਨਤਾ ਪ੍ਰਾਪਤ ਲੈਬ ਤੋਂ ਕੀਤਾ ਇੰਡੀਆ ਦੇ ਵਿੱਚੋਂ ਟੈਸਟ ਵੀ ਐਕਸੈਪਟੇਬਲ ਹੋਊਗਾ। ਉਹ ਤੋਂ ਮਤਲਬ ਕੀ ਹੋਇਆ ਕਿ ਕੱਲ ਆਲ ਆਫ ਸਡਨ ਸਾਨੂੰ ਇਸ ਤਰ੍ਹਾਂ ਦੀਆਂ ਕਾਲਸ ਵਗੈਰਾ ਆਉਣੀਆਂ ਸ਼ੁਰੂ ਹੋ ਗਈਆਂ ਵੀ ਜਿਹੜੇ ਪੈਸੇਂਜਰ ਆ ਰਹੇ ਸੀਗੇ ਉਹ ਆਪਣੀ ਖਬਰ ਵੀ ਨਾਲ ਉੱਥੇ ਏਅਰਪੋਰਟ ਤੇ ਲੈ ਕੇ ਜਾ ਰਹੇ ਸੀ ਵੀ ਆਹ ਦੇਖੋ ਜੀ, ਹਨਾ ਵੀ ਚੇਂਜ ਆ ਚੁੱਕੀ ਆ, ਕੈਨੇਡੀਅਨ ਗਵਰਨਮੈਂਟ ਹੁਣ ਨਹੀਂ ਮੰਨਦੀ। ਪਰ ਉੱਥੇ ਅਫੀਸ਼ੀਅਲ ਲੋਕਾਂ ਨੂੰ ਇਹ ਕਹਿਣਾ ਜਾਰੀ ਰੱਖ ਰਹੇ ਸੀ ਅਰਸ਼ 2-3 ਦਿਨ ਤੱਕ ਕਿ ਵੀ ਸਾਡੇ ਕੋਲ ਜਿਹੜੀਆਂ ਕਿਸੇ ਤਰ੍ਹਾਂ ਦੀਆਂ ਅਜੇ ਡਾਇਰੈਕਸ਼ਨਸ ਉਹ ਕੈਨੇਡੀਅਨ ਗਵਰਨਮੈਂਟ ਦੀਆਂ ਨਹੀਂ ਆਈਆਂ ਜਾਂ ਇੰਡੀਅਨ ਗਵਰਨਮੈਂਟ ਦੀਆਂ ਵੀ, ਜਿਸ ਕਰਕੇ ਵੀ ਟੈਸਟ ਕਰਾ ਲਓ ਨਹੀਂ ਤੇ ਫਿਰ ਤੁਸੀਂ ਫਲਾਈਟ 'ਚ ਨਾ ਬੈਠੋ। ਸੋ ਇਸ ਤਰ੍ਹਾਂ ਜਦੋਂ ਸਾਡੇ ਲੋਕ ਜਿਹੜੇ ਡਿਸਅਪੁਆਇੰਟ ਹੁੰਦੇ ਸੀ ਇੱਥੇ ਪਹੁੰਚਦੇ ਸੀਗੇ, ਉਹ ਫਿਰ ਜਦੋਂ ਕੱਲ ਇਸ ਤਰ੍ਹਾਂ ਆਪਾਂ ਨੂੰ ਮੌਕਾ ਮਿਲਿਆ, ਸਾਡੇ ਦਫ਼ਤਰ 'ਚ ਕਾਫੀ ਐਕਟੀਵਿਟੀ ਰਹੀ ਇਹਦੇ ਕਰਕੇ ਜੀ ਵੀ ਜੇ ਇਹ ਕੈਨੇਡੀਅਨ ਗਵਰਨਮੈਂਟ ਨੇ ਰਿਕੁਆਇਰਮੈਂਟਸ ਆਪਣੇ ਸਿਸਟਮ ਦੇ ਵਿੱਚ ਚੇਂਜ ਕਰ ਲਈ ਆ ਤੇ ਇੰਡੀਅਨ ਗਵਰਨਮੈਂਟ ਨੂੰ ਕਿਉਂ ਨਹੀਂ ਪਤਾ ਉੱਥੇ ਲੋਕਾਂ ਨੂੰ ਅਜੇ ਤੱਕ ਵੀ ਕਿਉਂ ਖਰਾਬ ਕੀਤਾ ਜਾ ਰਿਹਾ। ਰਾਈਟ। ਤੇ ਫਿਰ ਜੀ ਟਰਾਂਸਪੋਰਟ ਕੈਨੇਡਾ ਤੋਂ ਆਟੋਵਾ ਤੋਂ ਅਫੀਸ਼ੀਅਲ ਨੇ ਸਾਨੂੰ ਉਸੇ ਵੇਲੇ ਰਿਸਪੌਂਡ ਕਰਕੇ ਦੱਸਿਆ ਜੀ ਵੀ ਅਸੀਂ 28 ਜਨਵਰੀ ਨੂੰ ਹੀ ਇੰਡੀਅਨ ਗਵਰਨਮੈਂਟ ਨੂੰ ਜਾਣੀ ਕਿ ਜਦੋਂ ਅਸੀਂ ਇੰਪਲੀਮੈਂਟ ਕੀਤੀਆਂ ਨਵੀਆਂ ਰਿਕੁਆਇਰਮੈਂਟਸ ਚੇਂਜਡ, ਉਸ ਤੋਂ ਪਹਿਲਾਂ ਇੰਡੀਅਨ ਗਵਰਨਮੈਂਟ ਨੂੰ ਅਸੀਂ ਦੱਸਤਾ ਸੀਗਾ, ਹਨਾ ਵੀ ਇਸ ਤੋਂ ਪਹਿਲਾਂ ਅਸੀਂ ਉਹਨਾਂ ਨੂੰ ਦੱਸ ਦਿੱਤਾ ਸੀਗਾ, ਜਿਸ ਕਰਕੇ ਵੀ ਉੱਥੇ ਵੀਕਐਂਡ ਹੋਣ ਕਰਕੇ, ਕਿਉਂਕਿ 28 ਜਨਵਰੀ ਉਸ ਤੋਂ ਬਾਅਦ ਵੀਕਐਂਡ ਆ ਗਿਆ, ਸੋ ਵੀਕਐਂਡ ਕਰਕੇ ਇਹ ਜਰਾ ਵੀ ਖਾਸ ਤੌਰ ਤੇ ਹੁਣ ਮੰਡੇ ਗੁਜ਼ਰਿਆ, ਉਸ ਰਾਤ ਨੂੰ ਵੀ ਜਿਹੜੀ ਫਲਾਈਟ ਆਈ ਆ ਵੀ ਉਹਦੇ ਵਿੱਚ ਲੋਕਾਂ ਕੋਲੋਂ ਟੈਸਟ ਜਿਹੜੇ ਆ ਉਹ ਨਹੀਂ ਲੋਕਲ ਲੈਬਸ ਦੇ ਐਕਸੈਪਟ ਕੀਤੇ ਗਏ ਸੀਗੇ। ਪਰ ਹੁਣ ਅੱਜ ਜਿਹੜੀਆਂ ਫਲਾਈਟਸ ਇੱਥੇ ਉਤਰੀਆਂ ਆ ਕੇ ਅੱਜ ਦੀ ਸਵੇਰ ਨੂੰ ਵੀ ਲਾਸਟ ਨਾਈਟ ਯਾਨੀ ਉੱਥੇ ਉਹ ਜਿਹੜੇ ਟੈਸਟ ਉਹਨਾਂ ਨੇ ਮੰਗਣੇ ਉਹ ਸਪੈਸ਼ਲ ਲੈਬ ਬੰਦ ਕਰ ਦਿੱਤੇ। ਦੈਟ ਇਜ਼ ਗੁੱਡ ਨਿਊਜ਼। ਸੋ ਇਸ ਕਰਕੇ ਜਿਹੜੀ ਅੱਜ ਵੀ ਇਹ ਕਈ ਵਾਰੀ ਥੋੜਾ ਜਿਹਾ ਹਲੂਣਾ ਦੇਣਾ ਪੈਂਦਾ, ਹਨਾ ਤੇ ਤਦੇ ਕਰਕੇ ਆ ਵੀ ਮੀਡੀਆ ਸਿਰਫ ਇਹ ਨੁਕਸ ਕੱਢ ਕੇ ਨਾ ਚਲੇ ਜਾਵੇ, ਨੁਕਸਾਂ ਤੇ ਕੰਮ ਵੀ ਕਰੇ। ਬਿਲਕੁਲ। ਇਸ ਕਰਕੇ ਦੋ ਚੀਜ਼ਾਂ ਤੇ ਆਪਾਂ ਪਿਛਲੇ ਦਿਨਾਂ ਤੋਂ ਸਰਗਰਮੀ ਨਾਲ ਕੰਮ ਕੀਤਾ ਸੀਗਾ। ਇੱਕ ਤੇ ਵੀ ਇਹ ਜਿਹੜਾ ਲੈਬ ਦੇ ਟੈਸਟ ਵਾਲੀ ਨਿਊਜ਼ ਇਹਨੂੰ ਜਾਣੀ ਕਿ ਐਨਾਲਾਈਜ਼ ਕਰਕੇ ਡੂੰਘਾਈ ਦੇ ਵਿੱਚ ਇਹ ਤੇ ਕੰਮ ਕੀਤਾ। ਇਸੇ ਤਰ੍ਹਾਂ ਜਿਹੜਾ ਇਹ BLS ਦੇ ਆਫਿਸ ਦੇ ਵਿੱਚ ਲੋਕਾਂ ਦੀ ਪਰੇਸ਼ਾਨੀ ਸੀਗੀ ਉਹ CI ਦੇ ਸਰਟੀਫਿਕੇਟ ਦੇ ਬਾਰੇ 'ਚ, ਉਹਦੇ ਤੇ ਵੀ ਜਿਹੜਾ ਜੀ ਆਪਾਂ ਨੇੜਿਓ ਹੋ ਕੇ ਚਲੋ ਇਹ ਆਪਸ ਦੇ ਵਿੱਚ ਸਹਿਯੋਗ ਹੁੰਦਾ ਹੈ, ਨੁਕਸ ਨਹੀਂ ਕੱਢਣੇ ਹੁੰਦੇ ਕੋਈ ਉਹਨਾਂ ਨੂੰ, ਹਾਂਜੀ ਉਹਨਾਂ ਨੂੰ ਦੱਸਣਾ ਹੁੰਦਾ ਵੀ ਆਹ ਚੀਜ਼ ਏਦਾਂ ਵਾਪਰ ਰਹੀ ਹੈ ਤੇ ਉਹ ਮੇਰੇ ਦਫ਼ਤਰਾਂ ਦੇ ਵਿੱਚ ਬੈਠੇ ਨਹੀਂ ਸਰਕਾਰਾਂ ਨੂੰ ਪਤਾ ਲੱਗਦਾ ਤੇ ਉਹਨਾਂ ਨੂੰ ਦੱਸਣ 'ਚ ਕਿਹੜਾ ਕੋਈ ਹਰਜ ਹੈ। ਇਸ ਕਰਕੇ ਲੋਕਾਂ ਦੀ ਸਹੂਲਤ ਦੇ ਵਾਸਤੇ ਕਈ ਵਾਰੀ ਥੋੜਾ ਜਿਹਾ ਆਪਾਂ ਨੂੰ ਬਿਯੋਂਡ ਆਪਣੀ ਜਿਹੜੀ ਆਰਮ ਲੈਂਥ ਆ ਉਹ ਤੋਂ ਜਾਣਾ ਪੈਂਦਾ। ਜੌਲ ਸਾਹਿਬ, ਮਿਲਟਨ ਦੇ ਵਿੱਚ ਇੱਕ ਬਹੁਤ ਹੀ ਵੱਡਾ ਹਾਦਸਾ ਕੱਲ੍ਹ ਵਾਪਰਿਆ ਜੀ, ਬਹੁਤ ਹੀ ਸੈਡ ਨਿਊਜ਼ ਹੈ ਜੀ। ਪਹਿਲੀ ਗੱਲ ਤਾਂ ਇੱਕ ਔਰਤ ਤੇ ਇੱਕ
ਕੁੜੀ ਆ ਲੜਕੀ ਸ਼ਾਟ ਡੈਡ ਸੌਰੀ ਮਾਰਕਮ ਐਂਡ ਮਾਲਟਨ ਦੇ ਵਿੱਚ ਐਂਡ ਮਾਰਕਮ ਦੇ ਵਿੱਚ ਮਾਈ ਅਪੋਲੋਜੀਜ਼ ਯੈਸਟਰਡੇ ਇਹਦੀ ਕੀ ਖਬਰ ਹੈ ਜੀ? ਯੈਸ ਸਰ, ਦੇਖੋ ਫਿਰ ਆਪਾਂ ਨਵੇਂ ਸਾਲ ਦੀ ਗੱਲ ਕਰਦੇ ਹਾਂ, ਪਰ ਖਬਰਾਂ ਪੁਰਾਣੀਆਂ, ਖਾਸ ਤੌਰ ਤੇ ਸ਼ੂਟਿੰਗਸ ਦੀਆਂ, ਸਟੈਬਿੰਗਸ ਦੀਆਂ ਇਹ ਘਟਨਾਵਾਂ ਲਗਾਤਾਰਤਾ ਦੇ ਨਾਲ ਵਾਪਰਨੀਆਂ ਜਾ ਰਹੀਆਂ ਤੇ ਘਰਾਂ ਦੇ ਵਿੱਚ ਲੜਾਈਆਂ ਕਰਕੇ 911 ਵੀ ਕਾਫੀ ਲੋਕ ਬਿਜ਼ੀ ਰੱਖ ਰਹੇ ਆ ਜੀ। ਸੋ ਇਸ ਪਾਸੇ ਧਿਆਨ ਦਿੱਤਾ ਜਾ ਸਕਦਾ। ਸੋ ਖਾਸ ਕਰਕੇ ਜੀ ਵੀ ਇਹ ਮਾਰਕਮ ਦੇ ਵਿੱਚ ਕੱਲ ਸ਼ਾਮੀ ਜਿਹੜਾ ਸ਼ੂਟਿੰਗ ਇਨਸੀਡੈਂਟ ਵਾਪਰਿਆ, ਕਾਫੀ ਉਸ ਦੇ ਵਿੱਚ ਜਾਣੀ ਕਿ 2 ਬੰਦਿਆਂ ਨੂੰ ਗੋਲੀਆਂ ਲੱਗੀਆਂ, ਇੱਕ ਤਾਂ ਉਹਦੇ ਵਿੱਚ ਡੈਥ ਹੀ ਹੋ ਗਈ ਹੈ, ਦੂਸਰਾ ਜ਼ਖਮੀ ਹਸਪੀਟਲ ਦੇ ਵਿੱਚ ਹੈ। ਪਰ 2 ਜਿਹੜੇ ਆ ਜੀ ਮੌਕੇ ਤੇ ਪੁਲਿਸ ਨੇ ਅਰੈਸਟ ਵੀ ਕੀਤੇ ਆ, ਉਹਦੀ ਜਿਹੜੀ ਇਨਵੈਸਟੀਗੇਸ਼ਨ ਫਰਦਰ ਅਜੇ ਜਾਰੀ ਆ। ਪਰ ਇਸੇ ਦੌਰਾਨ ਜਾਣੀ ਕੁਝ ਘੰਟਿਆਂ ਬਾਅਦ ਹੀ ਫਿਰ ਇਹ ਮਾਲਟਨ ਦੇ ਵਿੱਚ ਡੈਰੀ ਤੇ ਗੋਰਵੇ ਦਾ ਚੁਰਸਤਾ ਕਿ ਇਹਨੂੰ ਨਹੀਂ ਪਤਾ, ਉੱਥੇ ਵੀ ਜਾਣੀ ਅਪਾਰਟਮੈਂਟ ਬਿਲਡਿੰਗ ਦੇ ਕਲਪ ਵਿੱਚੋਂ ਜਾਂ ਉੱਥੋਂ ਆਸ-ਪਾਸ ਤੋਂ ਨੇੜਿਓਂ ਲਾਸ਼ ਜਿਹੜੀ ਆ ਔਰਤ ਦੀ ਮਿਲੀ ਆ ਵੀ ਉਹਨੂੰ ਸ਼ੂਟ ਕੀਤਾ ਗਿਆ। ਸੋ ਇਹਦੀ ਵੀ ਇਨਵੈਸਟੀਗੇਸ਼ਨ ਜਿਹੜੀ ਆ ਵੀ ਜਾਰੀ ਆ। ਹੁਣ ਕੁੱਲ ਮਿਲਾ ਕੇ ਇੱਥੇ GTA ਦੇ ਵਿੱਚ ਇਹ ਲਗਾਤਾਰਤਾ ਦੇ ਨਾਲ ਘਟਨਾਵਾਂ ਜਿਹੜੀਆਂ ਜੀ ਉਹ ਵਾਪਰਨੀਆਂ ਜਾ ਰਹੀਆਂ ਹਿੰਸਕ, ਜਿਹਦੇ ਵਿੱਚ ਕਿ ਇਹ ਆਮ ਤੌਰ ਤੇ ਜਿਹੜੇ ਅੱਜ ਵੀ ਵਿਕਟਮਸ ਹੁੰਦੇ ਆ ਉਹਨਾਂ ਦੀ ਏਜ ਕੋਈ ਬਹੁਤੀ ਜ਼ਿਆਦਾ ਨਹੀਂ ਹੁੰਦੀ, 20 ਤੋਂ ਲੈ ਕੇ 30 ਸਾਲ ਦੇ ਦਰਮਿਆਨ ਜ਼ਿਆਦਾ ਹੁੰਦੇ ਆ। ਜਾਂ ਪਿੱਛੇ ਕਾਫੀ ਇਨਸੀਡੈਂਟ ਵਾਪਰੇ ਸੀਗੇ ਜਿਹਦੇ 'ਚ 13, 14, 15 ਸਾਲ ਦੇ ਨਿਆਣੇ ਵੀ ਜਿਹੜੇ ਗੋਲੀਆਂ ਵਗੈਰਾ ਦੇ ਕੇਸਿਸ ਦੇ ਵਿੱਚ ਸਾਹਮਣੇ ਆਏ। ਸੋ ਉਸ ਲਿਹਾਜ਼ ਨਾਲ ਜਿਹੜੀ ਵਾਇਲੈਂਸ ਵੱਧ ਰਹੀ ਆ, ਇਹਦੇ ਬਾਰੇ 'ਚ ਪੁਲਿਸ ਵਾਲੇ ਤਾਂ ਇਹੀ ਕਹਿੰਦੇ ਆ ਜੀ ਵੀ ਇੱਕ ਦੂਜੇ ਨੂੰ ਜਾਣਨ ਵਾਲੇ ਲੋਕ ਹੀ ਹੁੰਦੇ ਆ। ਪਹਿਲਾਂ ਜਾਣੀ ਕਿ ਵੀ ਆਪਸ ਦੇ ਵਿੱਚ ਰਿਲੇਸ਼ਨਸ਼ਿਪ, ਫਰੈਂਡਸ਼ਿਪ, ਬਾਕੀ ਸਭ ਕੁਝ, ਤੇ ਉਸ ਤੋਂ ਬਾਅਦ ਕਿਸੇ ਗੱਲੋਂ ਜਦੋਂ ਇੱਧਰ ਉੱਧਰ ਜਿੱਦਾਂ ਅੜੀਆਂ ਹੋ ਜਾਣ ਤੇ ਫਿਰ ਨਾ ਉਹ ਛੱਡੀਆਂ ਜਾ ਸਕਣ ਤੇ ਮਾਰੂ ਸਿੱਟੇ ਨਿਕਲਦੇ ਰਹਿੰਦੇ ਜੀ। ਬਿਲਕੁਲ। ਔਰ ਇੱਕ ਹੋਰ ਖਬਰ ਵੀ ਸਾਹਮਣੇ ਆ ਰਹੀ ਹੈ ਜੌਲ ਸਾਹਿਬ, ਹੁਣ ਲੈਂਡਲੋਰਡਸ ਕਾਫੀ ਅਪਸੈਟ ਨੇ ਇਸ ਨੂੰ ਲੈ ਕੇ। ਓਨਟਾਰੀਓ ਲਿਬਰਲ ਡਿਮਾਂਡ ਐਨ ਇੰਟਰਮ ਇਵਿਕਸ਼ਨ ਬੈਨ ਜਿਹੜੇ ਟੈਨੈਂਟਸ ਹੂ ਲੋਸਟ ਇਨਕਮ ਡਿਊਰਿੰਗ ਰੀਸੈਂਟ ਲਾਕਡਾਊਨ ਇਨ ਪੈਂਡੈਮਿਕ। ਹੁਣ ਇਸ ਦੇ ਵਿੱਚ ਲੈਂਡਲੋਰਡਸ ਨੂੰ ਹੁਣ ਕੀ ਪ੍ਰੂਫ ਹੈ ਕਿ ਉਹ ਕੰਮ ਤੇ ਗਏ ਨਹੀਂ ਗਏ, ਉਹਨਾਂ ਨੇ ਸਰਬ ਲਿੱਤੇ, ਕਈ ਤਾਂ ਕੰਮ ਦੇ ਵਿੱਚ ਵੀ ਸਰਬ ਲੈ ਰਹੇ ਸੀ। ਸੋ ਇਹ ਕਾਫੀ I don't know bad ਵੀ ਆ ਗੁੱਡ ਵੀ ਆ, ਪਰੰਤੂ ਜੋ ਲੈਂਡਲੋਰਡ ਦੇ ਪਰਸਪੈਕਟਿਵ ਇਜ਼ ਵੈਰੀ ਬੈਡ ਬਿਕਾਜ਼ ਉਹਨਾਂ ਨੂੰ ਪੈਸੇ ਨਹੀਂ ਮਿਲੇ ਹੋਣੇ ਤੇ ਟੈਨੈਂਟ ਦਾ ਇੱਥੇ ਹੱਕ ਜ਼ਿਆਦਾ ਰੱਖਦੇ ਹੁੰਦੇ ਸਰਕਾਰ। ਯੈਸ ਸਰ, ਇਹ ਦੱਸਦੀ ਹੈ ਭੈਣ ਭਰਾਵਾਂ ਨੂੰ ਵੀ ਇਹ ਜਿਹੜੀ ਥੋੜਾ ਜਿਹਾ ਐਨਹੈਂਸ ਕਰਦੀ ਹੈ ਕਿ ਸਾਡੀ ਜਦੋਂ ਫਿਰ ਉਹ ਪੈਸੇਂਜਰ ਸੀਗੇ ਨਾ ਦਿੱਲੀ ਤੋਂ ਆਉਣ ਵਾਲੇ, ਯਾਰ ਉਹਨਾਂ ਕੋਲੋਂ ਮੰਗਿਆ ਜਾਂਦਾ ਸੀ ਉੱਥੇ ਲੈਬ ਟੈਸਟ ਏਅਰਪੋਰਟ ਵਾਲਾ ਹੀ, ਤੇ ਸਾਡੀ ਖਬਰ ਸੀਗੀ ਵੀ ਹੁਣ ਲੋੜ ਨਹੀਂ 28 ਜਨਵਰੀ ਤੋਂ। ਇੱਥੇ ਪਹੁੰਚ ਕੇ ਭੈਣ ਭਰਾਵਾਂ ਨੂੰ ਲੱਗਦਾ ਸੀ ਵੀ ਇਹਨਾਂ ਦੀ ਖਬਰ ਗਲਤ ਆ। ਅਸੀਂ ਦੱਸ ਦਈਏ ਵੀ ਸਾਡੀ ਖਬਰ ਜ਼ਿੰਦਗੀ 'ਚ ਗਲਤ ਨਾ ਕਦੀ ਹੋਈ ਆ ਤੇ ਨਾ ਉਹ ਹੋਣੀ ਆ, ਕਿਉਂਕਿ ਉਹ ਖਬਰ ਤੁਹਾਡੇ ਕੋਲ ਆਉਣੀ ਉਦੋਂ ਆ ਜਦੋਂ ਹੈਗੀ ਆ। ਖਬਰ ਗਲਤ ਨਹੀਂ ਹੋਏਗੀ, ਮਤਲਬ ਸਰਕਾਰੀ ਦਫ਼ਤਰਾਂ 'ਚ ਦੇਰ ਹੋ ਸਕਦੀ ਆ ਉਹਨੂੰ ਇੰਪਲੀਮੈਂਟ ਕਰਨ ਦੇ ਵਿੱਚ ਜੇ ਕੋਈ ਚੇਂਜ ਹੈਗੀ ਆ ਤਾਂ ਨਾ। ਜੀ। ਖਬਰ ਜੇ ਤੁਹਾਡੇ ਤੱਕ ਸਾਡੇ ਕੋਲੋਂ ਆ ਗਈ, ਰੇਡੀਓ, ਟੈਲੀਵਿਜ਼ਨ, ਅਖਬਾਰਾਂ ਆ ਤੁਹਾਡੇ ਹੱਥ ਦੇ ਵਿੱਚ ਫੋਨ ਫੜੇ ਉਹਨਾਂ ਦੇ ਵਿੱਚ, ਤੇ ਮੀਨਸ ਵੀ ਉਹ ਖਬਰ ਹੈਗੀ 100%। ਬਿਲਕੁਲ ਬਿਲਕੁਲ। ਸੋ ਇਸ ਕਰਕੇ ਜੀ ਵੀ ਇਹ ਐਵਿਕਸ਼ਨ ਬੈਨ ਦੀ ਗੱਲ ਆਪਾਂ ਪਿੱਛੇ NDP ਦੀ ਵੀ ਕੀਤੀ ਸੀ। NDP ਤੋਂ ਬਾਅਦ ਹੁਣ ਜਾਣੀ ਲਿਬਰਲ ਪਾਰਟੀ ਦੇ ਜਿਹੜੇ ਲੀਡਰ ਸਟੀਵਨ ਡੈਲਡੂਕਾ ਉਹ ਵੀ ਐਕਟਿਵ ਹੋਏ ਆ, ਕਿਉਂਕਿ ਵੀ ਇਹ ਤੁਹਾਨੂੰ ਪਤਾ ਵੀ ਜਨਵਰੀ ਦਾ ਐਂਡ ਜਦੋਂ ਆਇਆ ਤੇ ਫਿਰ ਟੈਨੈਂਟਸ ਨੇ ਦੇਣਾ ਹੁੰਦਾ ਕਿਰਾਇਆ, ਤੇ ਲੈਂਡਲੋਰਡਸ ਨੂੰ ਕਹਿ ਲਓ ਪ੍ਰੋਪਰਟੀ ਓਨਰ ਨੂੰ ਵੀ ਉਡੀਕ ਹੁੰਦੀ ਆ ਵੀ ਕਿਰਾਇਆ ਆਊਗਾ ਤੇ ਅਸੀਂ ਮੌਰਗੇਜ ਦੇਣੀ ਹੈ। ਬਿਲਕੁਲ। ਔਰ ਬਹੁਤ ਸਾਰੇ ਭੈਣ ਭਰਾ ਜਿਹੜੇ ਓਨਰ ਦਾ ਜਾਣੀ ਉਹ ਦੁਖੀ ਵੀ ਆ ਜਦੋਂ ਲੈਂਡਲੋਰਡ ਜਿਹੜੇ ਟੈਨੈਂਟਸ ਆ ਜਾਣੀ ਕਿਰਾਏਦਾਰ ਉਹ ਕਿਰਾਇਆ ਵੀ ਨਹੀਂ ਦੇਣਗੇ ਤੇ ਨਾ ਆਪਣੇ ਮਕਾਨ ਛੱਡ ਕੇ ਜਾਣਗੇ, ਹਨਾ, ਜਾਣੀ ਐਵੇਂ ਪਸਾਰ ਲੈਣਗੇ ਪੈਰ। ਤੇ ਜਿਹੜੇ ਪੈਰ ਪਸਾਰੇ ਆ ਬਹੁਤੀ ਦੇਰ ਤਾਂ ਨਹੀਂ ਕੱਢਦੇ, ਚਲੋ ਡੰਗ ਟਪਾਈ ਦੀ ਕਈਆਂ ਦੀ ਆਦਤ ਹੋਊਗੀ। 84 ਲੱਖ ਜੂਨਾਂ ਦੇ ਵਿੱਚ ਵੀ ਆ ਜੂਨ ਜੇ ਮਨੁੱਖਾ ਇੱਕ ਮਿਲੀ ਆ ਤੇ ਉਹਦੇ ਵਿੱਚ ਵੀ ਇੱਦਾਂ ਆਪਣਾ ਸਮਾਂ ਵਿਅਰਥ ਗਵਾਈ ਜਾਣਾ ਜੀ। ਲੇਕਿਨ ਕਿ ਮਕਾਨ ਮਾਲਕ ਰਹੇਗਾ, ਕਿਰਾਏਦਾਰ ਰਹੇਗਾ, ਇਹ ਸਮਝਣੀ ਪਏਗੀ ਗੱਲ। ਗਵਰਨਮੈਂਟ ਜੇ ਕੋਈ ਟੈਂਪਰੇਰੀ ਪ੍ਰੋਗਰਾਮ ਦਿੰਦੀ ਆ ਫੈਸਿਲਿਟੀ ਵਾਸਤੇ ਫੈਮਲੀਜ਼ ਨੂੰ, ਲੋਕਾਂ ਨੂੰ, ਜੇ ਕੋਈ ਇਕਨੋਮਿਕ ਉਹਨਾਂ ਨੂੰ ਸਿਚੁਏਸ਼ਨ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਉਹ ਹੋਮਲੈਸ ਨਾ ਆਲ ਆਫ ਸਡਨ ਹੋ ਜਾਣ, ਪਰ ਉਹ ਹੁੰਦਾ ਸਰਟਨ ਪੀਪਲਸ ਵਾਸਤੇ ਹੀ ਆ ਜਿਨ੍ਹਾਂ ਦੀ ਕਿ ਇਨਕਮ ਬੰਦ ਹੋ ਗਈ। ਪਰ ਜਿਹਨਾਂ ਦੇ ਹੁਣ ਦਿਮਾਗਾਂ ਦੇ ਵਿੱਚ ਜਾਣੀ ਕਿ ਸਿਰਾਂ ਦੇ ਵਿੱਚ ਕੂੜ ਕਬਾੜਾ ਹੈਗਾ ਆ ਵੀ ਉਹਨਾਂ ਨੇ ਏਦਾਂ ਜਾਣੀ ਮਚਲੇ ਜੇ ਹੋ ਕੇ ਕਰੀ ਤੁਰੇ ਜਾਣਾ ਵੀ ਨਾ ਕਿਰਾਇਆ ਦੇਣਾ ਤੇ ਇਨਕਮ ਆ ਰਹੀ ਆ, ਉਹਨਾਂ ਦਾ ਫੈਸਲਾ ਤੇ ਚਲੋ ਹੌਲੀ ਹੌਲੀ ਹੋ ਹੀ ਜਾਂਦਾ, ਇੱਕ ਦਿਨ ਉਹਨਾਂ ਨੂੰ ਨਿਕਲਣਾ ਹੀ ਪੈਂਦਾ। ਪਰ ਇਸ ਦੌਰਾਨ ਜਾਣੀ ਕਿ ਜਿਹੜਾ ਲੈਂਡਲੋਰਡ ਆ, ਓਨਰ ਆ, ਉਹਦਾ ਫਾਈਨੈਂਸ਼ੀਅਲੀ ਬਹੁਤ ਲਾਸ ਹੋ ਜਾਂਦਾ। ਅਰਸ਼ ਜੀ ਬਿਲਕੁਲ। ਹਾਂਜੀ, ਇੱਕ ਤੇ ਉਹਨੂੰ ਮੁਕੱਦਮੇ ਲੜਨੇ ਪੈਂਦੇ ਆ, ਦੂਜਾ ਜਾਣੀ ਕਿ ਵੀ ਜਿਹੜਾ ਉਹ ਕਿਰਾਇਆ ਨਾ ਮਿਲਿਆ ਪਰ ਮੌਰਗੇਜ ਦੇਣੀ ਪੈਣੀ ਆ। ਹੁਣ ਜਦੋਂ ਵੀ ਇਹ ਬਿਆਨ ਕਿਸੇ ਪੋਲੀਟੀਕਲ ਪਾਰਟੀ ਵੱਲੋਂ ਆ ਜਾਂਦਾ ਵੀ ਜਿਹੜੇ ਟੈਨੈਂਟਸ ਆ ਨਹੀਂ ਜੀ ਵੀ ਉਹਨਾਂ ਨੂੰ ਟੈਂਪਰੇਰੀ ਰਿਲੀਫ ਦੇ ਦਿਓ ਕਿਉਂਕਿ ਲਾਕਡਾਊਨ ਲੱਗ ਗਿਆ ਸੀ, ਜਿਨ੍ਹਾਂ ਦੀ ਇਨਕਮ ਬੰਦ ਹੋ ਗਈ ਸੀ, ਵੀ ਉਹ ਕਿਰਾਇਆ ਨਹੀਂ ਦੇ ਸਕਣਗੇ। ਪਰ ਇਹ ਟੈਂਪਰੇਰੀ ਰਿਲੀਫ ਜੇ ਟੈਨੈਂਟਸ ਨੂੰ ਮਿਲਦਾ ਤੇ ਲੈਂਡਲੋਰਡ ਨੂੰ ਤਾਂ ਨਹੀਂ ਮਿਲਣਾ ਚਾਹੀਦਾ।
ਉਹਨਾਂ ਨੂੰ ਤਾਂ ਨਹੀਂ ਕੋਈ ਕਹਿੰਦਾ ਵੀ ਤੁਸੀਂ ਮੌਰਗੇਜ ਨਾ ਦਿਓ ਜੀ, ਵੀ ਜੇ ਕਿਰਾਇਆ ਨਾ ਆਇਆ ਤਾਂ। ਰਾਈਟ। ਸੋ ਇਸ ਕਰਕੇ ਕੱਲ ਸਾਨੂੰ 2 ਲੀਡਰਸ ਨਾਲ ਇਹ ਆਪਰਚੁਨਿਟੀ ਮਿਲੀ ਸੀ ਵੀ ਡਿਸਕਸ ਕਰੀਏ ਵੀ ਇਹਦਾ ਇੰਪੈਕਟ। ਦੇਖੋ, ਜੇ ਵੋਟਾਂ ਦੀ ਪੋਲਿਟਿਕਸ ਹੈ ਨਾ, ਵੀ ਟੋਰਾਂਟੋ ਡਾਊਨਟਾਊਨ ਦੇ ਵਿੱਚ ਕਿਰਾਏਦਾਰਾਂ ਦੀਆਂ ਵੋਟਾਂ ਜ਼ਿਆਦਾ ਆ, ਇਸ ਕਰਕੇ ਪੋਲੀਟੀਕਲ ਪਾਰਟੀਆਂ ਉੱਥੇ ਦੇ ਵੋਟ ਖਿਆਲ ਦੇ ਵਿੱਚ ਰੱਖ ਕੇ ਹੋ ਸਕਦਾ ਕਹਿਣ ਵੀ ਟੈਨੈਂਟਸ ਨੂੰ ਰਿਲੀਫ ਦੇ ਦਿਓ। ਪਰ ਬਾਹਰ ਇੱਧਰ GTA ਦੇ ਵਿੱਚ, ਖਾਸ ਤੌਰ ਤੇ ਬਰੈਂਪਟਨ ਮਿਸਿਸਾਗਾ ਦੇ ਵਿੱਚ, ਲੈਂਡ ਲੌਰਡਸ ਦੀਆਂ ਵੀ ਵੋਟਾਂ ਜ਼ਿਆਦਾ ਹੋ ਸਕਦੀਆਂ ਟੈਨੈਂਟਸ ਦੇ ਮੁਕਾਬਲੇ, ਜਿਹਦੇ ਕਰਕੇ ਵੀ ਜੇ ਜਸਟ ਲੰਗੜਾ ਜਿਹਾ ਪ੍ਰੋਗਰਾਮ ਉਲੀਕਿਆ ਜਾਂਦਾ ਵੀ ਕਿਰਾਏਦਾਰਾਂ ਨੂੰ ਰਿਲੀਫ ਦੇ ਦਿਓ ਤੇ ਲੈਂਡ ਲੌਰਡਸ ਨੂੰ ਦਿਓ ਹੀ ਕੁਛ ਨਾ, ਵੀ ਉਹ ਮੌਰਗੇਜ ਦੇਈ ਜਾਣ। ਰਾਈਟ। ਜਾਂ ਗਵਰਨਮੈਂਟ ਨੇ ਜੇ ਜਾਣੀ ਕਿ ਟੈਨੈਂਟਸ ਨੂੰ ਰਿਲੀਫ ਦੇਣਾ ਤੇ ਨਾਲ ਜਿਹੜੇ ਮਕਾਨ ਮਾਲਕ ਆ ਉਹਨਾਂ ਦੇ ਲਈ ਵੀ ਪ੍ਰੋਗਰਾਮ ਲਿਆਵੇ ਵੀ ਇੰਨੀ ਦੇਰ ਲਈ ਫਿਰ ਮੌਰਗੇਜ ਭਾਈ ਅਸੀਂ ਤੁਹਾਡੀ ਦੇ ਦਾਂਗੇ, ਜਾਂ ਉਹਦਾ ਆ ਸਾਡੇ ਕੋਲ ਅਲਟਰਨੇਟਿਵ ਆ, ਹਨਾ। ਸੋ ਤਦ ਕਰਕੇ ਇੱਕ ਪਾਸੜ ਗੱਲ ਕਰਨੀ ਵੀ ਟੈਨੈਂਟਸ ਨੂੰ ਰਿਲੀਫ ਦੇ ਦਿਓ, ਪਰ ਜਿਹੜਾ ਮਕਾਨ ਮਾਲਕ ਆ ਜਿਹਨੇ ਮੌਰਗੇਜ ਦੇਣੀ ਆ ਉਹਦਾ ਵੀ ਕੋਈ ਨਾ ਕੋਈ ਸੋਲੂਸ਼ਨ ਜਿਹੜਾ ਨਾਲ ਹੀ ਗਵਰਨਮੈਂਟ ਨੂੰ ਅਨਾਉਂਸ ਕਰਨਾ ਚਾਹੀਦਾ ਜੀ। ਲੈਟਸ ਸੀ ਵਾਟ ਹੈਪਨਸ। ਸੋ ਇਹ ਲੇਕਿਨ ਕਿ ਸਟੀਵਨ ਡੈਲ ਡੂਕਾ ਜਿਹੜੇ ਲਿਬਰਲ ਪਾਰਟੀ ਦੇ ਆਗੂ ਆ, ਇਹ ਤੋਂ ਪਹਿਲਾਂ NDP ਦੇ ਐਂਡਰੀਆ ਹੋਰਫਾਥ, ਉਹ ਸ਼ਾਇਦ ਵੀ ਟੋਰਾਂਟੋ ਨੂੰ ਖਿਆਲ ਰੱਖ ਕੇ, ਜਾਣੀ ਕਿ ਵੀ ਆਪਾਂ ਦੱਸਿਆ ਸੀ ਪਿੱਛੇ ਵੀ ਜਿਹੜੀ ਇਲੈਕਸ਼ਨ 2 ਜੂਨ ਨੂੰ ਆ ਰਹੀ ਆ, ਫਸਟ ਮੇ ਮੁਕਾਬਲੇ ਪੀਲ ਦੇ ਵਿੱਚ ਹੋਣ ਦੀ ਸੰਭਾਵਨਾ ਹੈ। ਪਰ ਲਿਬਰਲ ਤੇ NDP ਨੂੰ ਸ਼ਾਇਦ ਹੋਪ ਹੈ ਵੀ ਟੋਰਾਂਟੋ ਦੇ ਵਿੱਚ ਉਹ ਬੈਟਰ ਉਹਨਾਂ ਦੀ ਕਾਰਗੁਜ਼ਾਰੀ ਹੋਏਗੀ ਜੀ, ਜਿਸ ਕਰਕੇ ਵੀ ਇਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਅਸਿੱਧੇ ਤੌਰ ਤੇ ਸਦਾ ਜਿਹੜੀ ਇਸ ਤਰ੍ਹਾਂ ਦੀ ਡਿਮਾਂਡ ਆ ਵੋਟ ਪਾਪੂਲਰ ਹੋ ਸਕਦੀ ਹੈ। ਸੋ ਜਿਸ ਕਰਕੇ ਇਹ ਅੱਜ ਪਰ ਮਕਾਨ ਮਾਲਕ ਜਿਹੜੇ ਲੈਂਡ ਲੌਰਡਸ ਹੈਗੇ ਨੇ, ਉਹਨਾਂ ਨੇ ਵੀ ਮਤਲਬ ਮਿਲੀਅਨਸ ਆਫ ਡਾਲਰ ਅੱਜ ਕੱਲ੍ਹ ਇਨਵੈਸਟ ਕਰਕੇ ਜੇ ਪ੍ਰਾਪਰਟੀ ਕਿਰਾਏ ਤੇ ਦਿੱਤੀ ਹੋਈ ਆ, ਟੈਨੈਂਟਸ ਨੂੰ ਗਵਰਨਮੈਂਟ ਕਹਿ ਰਹੀ ਆ ਵੀ ਟੈਂਪਰੇਰੀ ਚਲੋ ਨਾ ਕੱਢੋ, ਪਰ ਉਹ ਮੌਰਗੇਜ ਦਾ ਵੀ ਕੋਈ ਨਾ ਕੋਈ ਸੋਲੂਸ਼ਨ ਗਵਰਨਮੈਂਟ ਨੂੰ ਨਾਲ ਦੱਸਣਾ ਚਾਹੀਦਾ। ਜੋਲ ਸਾਹਿਬ, ਆਈ ਨੋ ਯੂ ਹੈਵ ਪ੍ਰਾਇਰ ਕਮਿਟਮੈਂਟਸ, ਤੁਸੀਂ ਜਾਣਾ ਹੈ, ਪਰੰਤੂ ਇੱਕ ਲਾਸਟ ਖਬਰ ਵਾਈਂਡ ਅਪ ਕਰ ਦਈਏ, ਆਪਾਂ ਵਾਈਂਡ ਅਪ ਕਰਦੇ ਇਸ ਚੀਜ਼ ਨੂੰ। ਆਟਵਾ ਦੇ ਵਿੱਚ ਜੋ ਪਹਿਲੋਂ ਇੱਕ ਬਹੁਤ ਵੱਡੀ ਨਿਊਜ਼ ਆਈ ਸੀ ਕਿ ਅਨਵੈਕਸੀਨੇਟਿਡ ਲੋਕਾਂ ਨੂੰ ਟੈਕਸ ਠੋਕਿਆ ਜਾਵੇਗਾ ਜੀ, ਤੇ ਉਹ ਹੁਣ ਨਹੀਂ ਜਾਵੇਗਾ ਜੀ। ਯੈਸ, ਇਹ ਨਾ ਕੱਲ ਆਪਾਂ ਦੇਖੋ ਇੱਕ ਖਬਰ ਦੱਸੀ ਸੀਗੀ ਜਦੋਂ ਕੁਬੈਕ ਦੇ ਪ੍ਰੀਮੀਅਰ ਜਿਹੜੇ ਫਰਾਂਸਵਾ ਲੀਖਾਲ, ਉਹਨਾਂ ਨੇ ਕਿਹਾ ਸੀਗਾ ਜੀ ਵੀ ਜਿਹੜੇ ਨਹੀਂ ਲਵਾਉਂਦੇ ਨਾ ਟੀਕੇ ਲੋਕ ਵੈਕਸੀਨ ਜੀ, ਠੀਕ ਆ, ਫਿਰ ਜੇ ਉਹਨਾਂ ਨੇ ਬਿਮਾਰ ਹੋਣਾ ਤੇ ਫਿਰ ਹਸਪਤਾਲ ਆ ਕੇ ਜੇ ਲੰਮੇ ਪੈ ਜਾਣਾ ਤੇ ਇਲਾਜ ਮੁਫਤ ਵਿੱਚ ਕਿਉਂ ਹੋਵੇ, ਹਨਾ। ਜੀ 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 ਆਪਾਂ ਨੂੰ ਸਾਇੰਸ ਦੇ ਵਿੱਚ ਪਹਿਲਾਂ ਯਕੀਨ ਨਹੀਂ ਗਾ, ਤੇ ਫਿਰ ਜਦੋਂ ਫੇਫੜੇ ਜਾਮ ਹੋ ਗਏ ਫਿਰ ਉਹੀ ਸਾਇੰਸ ਤੇ ਉਹੀ ਡਾਕਟਰ ਕਿੱਦਾਂ ਚੰਗੇ ਲੱਗਣ ਲੱਗ ਗਏ। ਫਿਰ ਜਾਣੀ ਜੋ ਮਰਜ਼ੀ ਲਾ ਦੇਣ, ਜੋ ਮਰਜ਼ੀ ਖਵਾ ਦੇਣ, ਫਿਰ ਕਿਤੇ DNA ਚੇਂਜ ਹੋਣ ਦਾ ਡਰ ਨਹੀਂ ਹੁੰਦਾ ਆਪਾਂ ਨੂੰ ਇਸ ਕਰਕੇ। ਲੇਕਿਨ ਕਿ ਇਹਦੇ ਨਾਲ ਫਿਰ ਹੁਣ ਜੋ ਸਿਚੁਏਸ਼ਨਸ ਬਣ ਰਹੀਆਂ ਸਮੇਂ ਦੇ ਲਿਹਾਜ਼ ਨਾਲ ਡਾਈ ਡਾਊਨ ਵੀ ਹੋ ਰਿਹਾ, ਹੌਲੀ ਹੌਲੀ ਓਮਿਕਰੋਨ ਦਾ ਪ੍ਰਭਾਵ ਵੀ ਘਟ ਰਿਹਾ, ਹਸਪੀਟਲਸ ਦੇ ਵਿੱਚ ਰਸ਼ ਵੀ ਪੇਸ਼ੈਂਟਸ ਦਾ ਪੈ ਗਿਆ ਸੀਗਾ ਜਿਹੜਾ ਉਹ ਹੁਣ ਮਤਲਬ ਘਟ ਰਿਹਾ ਡੇ ਬਾਈ ਡੇ। ਸੋ ਉਸ ਲਿਹਾਜ਼ ਨਾਲ ਹੁਣ ਜਿਹੜਾ ਬੈਕ ਟਰੈਕ ਆ ਇਹ ਕੁਬੈਕ ਦੇ ਪ੍ਰੀਮੀਅਰ ਨੇ ਕੀਤਾ ਕੱਲ, ਕਿ ਜਿਹੜਾ ਇਹ ਹੈਲਥ ਟੈਕਸ ਦੀ ਗੱਲ ਉਹ ਕਰਦੇ ਸੀਗੇ ਜਿਹੜਾ ਕਿ ਸਬਸਟੈਂਸ਼ੀਅਲ ਹੋਣਾ ਸੀ, ਜਾਣੀ ਕਿ ਕਾਫੀ ਜ਼ਿਆਦਾ ਹੋ ਸਕਦੀ ਸੀ ਰਕਮ, ਵੀ ਉਹ ਹੁਣ ਅਨਵੈਕਸੀਨੇਟਡ ਲੋਕਾਂ ਦੇ ਲਈ ਲਿਆਉਣ ਦੀ ਲੋੜ ਨਹੀਂ ਆ, ਤਾਂ ਕਿ ਵੀ ਜਿਹੜੀ ਸੋਸ਼ਲ ਹਾਰਮਨੀ ਆ ਉਹ ਬਣੀ ਰਹੇ, ਕਿਸੇ ਤਰ੍ਹਾਂ ਦੀ ਡਿਵੀਜ਼ਨ ਆ ਜਿਹੜੀ ਸੋਸਾਇਟੀ 'ਚ ਇਸ ਗੱਲ ਕਰਕੇ ਨਾ ਪਵੇ ਜੀ। ਜੋਲ ਸਾਹਿਬ, ਥੈਂਕ ਯੂ ਸੋ ਮਚ ਫॉर योर टाइम। ਅੱਜ ਸਮਾਂ ਸਾਡਾ ਥੋੜਾ ਸੀ, ਯੂ ਹੈਵ ਪ੍ਰਾਇਰ ਕਮਿਟਮੈਂਟਸ, ਤੇ ਕੱਲ ਲੰਬੇ ਚੌੜੇ ਗੱਲਾਂ ਬਾਤਾਂ ਕਰਾਂਗੇ। ਜੋਲ ਸਾਹਿਬ ਨਾਲ ਗੱਲਬਾਤ ਕਰਨਾ ਚਾਹੁੰਦੇ ਤਾਂ 4168953784 4168953784 ਤੇ ਜੋਲ ਸਾਹਿਬ ਦੇ ਨਾਲ ਉਹਨਾਂ ਦੇ WhatsApp ਗਰੁੱਪ ਦੇ ਵਿੱਚ ਸ਼ਾਮਿਲ ਹੋ ਸਕਦੇ ਹੋ। ਜੋਲ ਸਾਹਿਬ, ਟਾਈਮ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ ਸੋ ਮਚ। ਥੈਂਕ ਯੂ ਸੋ ਮਚ ਜੋਲ ਸਾਹਿਬ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।